ਮੈਨੂੰ ਮੇਰਾ ਮਾਲਕ 1 ਕਰੋੜ ਦੇ ਰਿਹਾ ਸੀ, ਪਰ ਮੈਂ ਵਿਆਹੀ ਹੋਈ ਸੀ। ਪਰ 1 ਕਰੋੜ ਸੁਣ ਕੇ ਮੇਰੀ ਨੀਅਤ ਬਦਲਣ ਲੱਗੀ ਤੇ ਫਿਰ ਮਾਲਕ ਤੋਂ 3-4 ਦਿਨਾਂ ਦੀ ਮੋਹਲਤ ਮੰਗੀ ਤੇ ਫਿਰ ਸੋਚਣ ਲੱਗੀ, ਕਿਉਂਕਿ ਇੰਨੀ ਜ਼ਿਆਦਾ ਰਕਮ ਮੈਂ ਸਾਰੀ ਜ਼ਿੰਦਗੀ ਵੀ ਨਹੀਂ ਕਮਾ ਸਕਦੀ ਸੀ। ਇਸੇ ਲਈ ਮੈਂ ਮਾਲਕ ਨੂੰ ਹਾਂ ਬੋਲ ਦਿੱਤਾ, ਪਰ ਪਹਿਲੀ ਰਾਤ ਹੀ ਮੇਰੇ ਹੋਸ਼ ਉੱਡ ਗਏ। ਮਾਲਕ ਨੇ ਮੈਂ ਪੂਰੀ ਰਾਤ ਚੈਨ ਦੀ ਨੀਂਦ ਸੌਂ ਨਹੀਂ ਸਕੀ ਸੀ। ਜਦ ਅੱਖ ਬੰਦ ਕਰਦੀ ਤਾਂ ਮੈਨੂੰ ਨੋਟਾਂ ਦੀਆਂ ਗੁੱਟੀਆਂ ਨਜ਼ਰ ਆਉਣ ਲੱਗਦੀਆਂ। ਜੇ ਅੱਖ ਖੋਲ੍ਹਦੀ ਤਾਂ ਉਹੀ ਪੁਰਾਣਾ ਜਿਹਾ ਕਮਰਾ, ਛੱਤ 'ਤੇ ਲੱਗਿਆ ਪੱਖਾ ਨਜ਼ਰ ਆਉਂਦਾ, ਜਿਹੜਾ ਕਿ ਪੁਰਾਣਾ ਤੇ ਖਰਾਬ ਹੋਣ ਦੀ ਵਜ੍ਹਾ ਨਾਲ ਬਹੁਤ ਹੀ ਹੌਲੀ ਚੱਲ ਰਿਹਾ ਸੀ। ਮੈਂ ਇੱਕਦਮ ਉੱਠ ਕੇ ਬੈਠ ਗਈ। ਮੇਰੇ ਕੋਲ ਹੀ ਮੇਰਾ ਪਤੀ ਗਰਮੀ ਅਤੇ ਪਸੀਨੇ ਦੇ ਵਿੱਚ ਬੜਾ ਬੇਫਿਕਰ ਹੋ ਕੇ ਸੁੱਤਾ ਪਿਆ ਸੀ। ਕੱਲ੍ਹ ਤੱਕ ਤਾਂ ਮੈਂ ਵੀ ਥੱਕੀ ਹੋਈ ਹੋਣ ਕਰਕੇ ਗਰਮੀ ਵਿੱਚ ਹੀ ਸੌਂ ਜਾਇਆ ਕਰਦੀ ਸੀ, ਪਰ ਅੱਜ ਜੋ ਮੈਂ ਸੁਣਿਆ ਸੀ ਉਸਨੇ ਮੇਰੀ ਨੀਂਦ ਉਡਾ ਕੇ ਰੱਖ ਦਿੱਤੀ ਸੀ। ਮੈਂ ਆਪਣੇ ਮਾਲਿਕ ਤੋਂ 3-4 ਦਿਨ ਦੀ ਮੋਹਲਤ ਮੰਗੀ ਸੀ ਤੇ ਜਦ ਤੋਂ ਮੈਂ ਘਰ ਵਾਪਸ ਆਈ ਸੀ ਸੋਚ ਹੀ ਰਹੀ ਸੀ ਕਿ ਕੀ ਕੀਤਾ ਜਾਵੇ ਤੇ ਕੀ ਨਾ। 1 ਕਰੋੜ ਕੋਈ ਛੋਟੀ ਰਕਮ ਨਹੀਂ ਸੀ, ਬਹੁਤ ਵੱਡੀ ਰਕਮ ਸੀ, ਪਰ ਇਸ ਦੇ ਬਦਲੇ ਉਹਨਾਂ ਨੇ ਮੇਰੇ ਤੋਂ ਜੋ ਮੰਗਿਆ ਸੀ ਉਹ ਵੀ ਕੋਈ ਛੋਟੀ ਗੱਲ ਨਹੀਂ ਸੀ, ਕਿਉਂਕਿ ਮੈਂ ਇੱਕ ਵਿਆਹੀ ਹੋਈ ਔਰਤ ਸੀ। ਮੈਂ ਕਿਵੇਂ ਉਹਨਾਂ ਨਾਲ ਇਹ ਸਭ ਕਰ ਸਕਦੀ ਸੀ? ਮੈਂ ਪਹਿਲਾਂ ਤਾਂ ਮਾਲਕ ਦੀ ਗੱਲ ਸੁਣ ਕੇ ਇਨਕਾਰ ਕਰ ਦਿੱਤਾ ਸੀ, ਪਰ ਫਿਰ ਮੈਨੂੰ ਆਪਣੀ ਗਰੀਬੀ ਦਾ ਖਿਆਲ ਆਉਣ ਲੱਗਿਆ। ਮੈਂ ਕਿਹਾ, ਮੈਨੂੰ 2 ਦਿਨ ਦੀ ਹੋਰ ਮੋਹਲਤ ਦੇ ਦਿਓ, ਮੈਨੂੰ ਸੋਚਣ ਲਈ ਵਕਤ ਚਾਹੀਦਾ ਹੈ। ਮਾਲਕ ਕਹਿਣ ਲੱਗੇ ਕਿ 2 ਦਿਨ ਤੋਂ ਵੱਧ ਦਾ ਸਮਾਂ ਮੈਂ ਨਹੀਂ ਦੇ ਸਕਦਾ, ਤੂੰ 2 ਦਿਨਾਂ ਦੇ ਵਿੱਚ ਜਵਾਬ ਦੇ ਦਵੀਂ। ਮੈਂ ਹਾਂ ਵਿੱਚ ਸਿਰ ਹਿਲਾਇਆ ਤੇ ਆਪਣੇ ਘਰ ਵਾਪਸ ਆ ਗਈ। ਜਦ ਤੋਂ ਮੈਂ ਘਰ ਵਾਪਸ ਆਈ ਸੀ ਤਾਂ ਮੇਰਾ ਸਾਰਾ ਧਿਆਨ ਮਾਲਕ ਦੀ ਗੱਲ ਵੱਲ ਸੀ। ਮੈਂ ਇੱਕ ਕੰਪਨੀ ਵਿੱਚ ਕੰਮ ਕਰਦੀ ਸੀ। ਮੈਂ ਉਸ ਕੰਪਨੀ ਦੇ ਵਿੱਚ ਸੁਪਰਵਾਈਜ਼ਰ ਸੀ। ਹਾਲਾਂਕਿ ਉੱਥੇ ਹੋਰ ਕਈ ਔਰਤਾਂ ਕੰਮ ਕਰਦੀਆਂ ਸਨ, ਪਰ ਮਾਲਕ ਜਿਸ ਤਰ੍ਹਾਂ ਮੇਰੇ ਨਾਲ ਪਿਆਰ ਨਾਲ ਪੇਸ਼ ਆਉਂਦੇ ਸਨ, ਬਾਕੀ ਔਰਤਾਂ ਨਾਲ ਉਹਨਾਂ ਦਾ ਰਵੱਈਆ ਇਸ ਤਰ੍ਹਾਂ ਨਹੀਂ ਸੀ। ਮੈਂ ਪਿਛਲੇ 6 ਮਹੀਨਿਆਂ ਤੋਂ ਇਸ ਕੰਪਨੀ ਵਿੱਚ ਕੰਮ ਕਰ ਰਹੀ ਸੀ ਤੇ ਇਸ ਸਮੇਂ ਦੌਰਾਨ ਮਾਲਕ ਮੇਰੇ ਤੇ ਕਿੰਨੀਆਂ ਹੀ ਮਿਹਰਬਾਨੀ ਕਰ ਚੁੱਕੇ ਸਨ। ਮੇਰੇ ਨਾਲ ਦੂਜੀਆਂ ਔਰਤਾਂ ਵੀ ਪਰੇਸ਼ਾਨ ਸਨ। ਉਹ ਅਕਸਰ ਮੈਨੂੰ ਇਹ ਕਹਿੰਦੀਆਂ ਕਿ ਸਾਨੂੰ ਇਸ ਕੰਪਨੀ ਵਿੱਚ ਕੰਮ ਕਰਦਿਆਂ ਨੂੰ 2-2, 3-3 ਸਾਲ ਹੋ ਗਏ ਹਨ, ਪਰ ਸਾਡੀ ਅਜੇ ਤੱਕ ਮਾਲਕ ਨੇ ਤਨਖਾਹ ਵੀ ਨਹੀਂ ਵਧਾਈ ਤੇ ਤੈਨੂੰ ਇੱਥੇ ਲੱਗੀ ਨੂੰ ਅਜੇ ਕੁਝ ਟਾਈਮ ਹੀ ਹੋਇਆ ਹੈ। ਤੇਰੀ ਤਨਖਾਹ ਵੀ ਵਧਾ ਦਿੱਤੀ ਤੇ ਤੈਨੂੰ ਬੋਨਸ ਵੀ ਦੇ ਦਿੱਤਾ। ਅਜਿਹਾ ਤੂੰ ਕਿਹੜਾ ਕੰਮ ਕਰਦੀ ਏਂ? ਮੈਨੂੰ ਖੁਦ ਮਾਲਕ ਦੇ ਰਵੱਈਏ ਦੀ ਵਜ੍ਹਾ ਸਮਝ ਨਹੀਂ ਆ ਰਹੀ ਸੀ। ਇੱਕ ਔਰਤ ਮੈਨੂੰ ਕਹਿਣ ਲੱਗੀ ਕਿ ਮਾਲਕ ਇਸ ਦੀ ਖੂਬਸੂਰਤੀ ਤੇ ਫਿਦਾ ਹੈ, ਇਸ ਲਈ ਇਸ 'ਤੇ ਇੰਨੀਆਂ ਮਿਹਰਬਾਨੀਆਂ ਹੋ ਰਹੀਆਂ ਹਨ। ਇਸ 'ਚ ਹੋਰ ਕੋਈ ਖੂਬੀ ਤਾਂ ਨਹੀਂ ਹੈ। ਇਹ ਗੱਲ ਸੁਣ ਕੇ ਮੈਨੂੰ ਉਸ 'ਤੇ ਗੁੱਸਾ ਆਇਆ। ਮੈਂ ਕਿਹਾ, ਆਪਣੀ ਜ਼ੁਬਾਨ ਸੰਭਾਲ ਕੇ ਗੱਲ ਕਰੋ। ਜੇ ਮਾਲਕ ਮੈਨੂੰ ਤੁਹਾਡੇ ਤੋਂ ਉੱਪਰ ਰੱਖ ਰਹੇ ਹਨ ਤਾਂ ਜਾ ਕੇ ਮਾਲਕ ਨੂੰ ਪੁੱਛੋ। ਮੇਰੇ 'ਤੇ ਇਲਜ਼ਾਮ ਲਗਾਉਣ ਦੀ ਜ਼ਰੂਰਤ ਨਹੀਂ ਹੈ। ਮੈਂ ਗੁੱਸੇ ਵਿੱਚ ਉੱਚੀ ਆਵਾਜ਼ ਵਿੱਚ ਬੋਲੀ। ਮੇਰੀ ਆਵਾਜ਼ ਸੁਣ ਕੇ ਬਾਕੀ ਸਟਾਫ ਦੇ ਮੈਂਬਰ ਵੀ ਉੱਥੇ ਇਕੱਠੇ ਹੋ ਗਏ। ਉਹ ਔਰਤਾਂ ਵੀ ਮੇਰੇ ਨਾਲ ਲੜਨ ਲੱਗੀਆਂ। ਗੱਲ ਮਾਲਕ ਤੱਕ ਪਹੁੰਚ ਗਈ। ਜਦ ਮਾਲਕ ਵਜ੍ਹਾ ਪੁੱਛਣ ਲੱਗੇ ਤਾਂ ਮੈਂ ਬਿਨਾਂ ਸ਼ਰਮ ਤੋਂ ਸਾਰੀ ਗੱਲ ਮਾਲਕ ਨੂੰ ਦੱਸ ਦਿੱਤੀ। ਜਦ ਸਭ ਦੇ ਸਾਹਮਣੇ ਮੈਂ ਇਹ ਗੱਲ ਦੱਸੀ ਤਾਂ ਮਾਲਕ ਦੀ ਨਜ਼ਰ ਉਹਨਾਂ ਔਰਤਾਂ 'ਤੇ ਸੀ ਤੇ ਉਹ ਔਰਤਾਂ ਮਾਲਕ ਨੂੰ ਦੇਖ ਕੇ ਸ਼ਰਮਿੰਦਾ ਹੋ ਰਹੀਆਂ ਸਨ। ਮਾਲਕ ਨੇ ਕਿਹਾ ਕਿ ਇਸ ਕੰਪਨੀ ਦਾ ਮਾਲਕ ਮੈਂ ਹਾਂ, ਮੇਰੀ ਮਰਜ਼ੀ, ਮੈਂ ਜਿਸ ਦੀ ਚਾਹੇ ਤਨਖਾਹ ਵਧਾ ਸਕਦਾ ਹਾਂ। ਤੁਸੀਂ ਕੌਣ ਹੁੰਦੇ ਹੋ ਕਿਸੇ ਦੇ ਬਾਰੇ ਉਲਟਾ ਸਿੱਧਾ ਬੋਲਣ ਵਾਲੇ? ਮਾਲਕ ਦੇ ਗੁੱਸੇ ਦੇ ਸਾਹਮਣੇ ਸਾਰੀਆਂ ਔਰਤਾਂ ਦੀ ਬੋਲਤੀ ਬੰਦ ਹੋ ਗਈ ਸੀ। ਮਾਲਕ ਨੇ ਕਿਹਾ ਕਿ ਅੱਗੇ ਤੋਂ ਜੇ ਕਿਸੇ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਤਾਂ ਮੈਂ ਉਸ ਨੂੰ ਨੌਕਰੀ ਤੋਂ ਕੱਢ ਦੇਵਾਂਗਾ। ਮੈਂ ਸੋਚਿਆ ਕਿ ਮਾਲਕ ਕਿੰਨੇ ਚੰਗੇ ਇਨਸਾਨ ਹਨ। ਮੈਨੂੰ ਇਸ ਗੱਲ ਨਾਲ ਸਕੂਨ ਮਿਲ ਗਿਆ ਸੀ, ਪਰ ਸ਼ਾਇਦ ਮੈਂ ਇਹ ਗਲਤ ਸੋਚ ਰਹੀ ਸੀ। 2 ਮਹੀਨਿਆਂ ਬਾਅਦ ਹੀ ਹਕੀਕਤ ਜਦ ਮੇਰੇ ਸਾਹਮਣੇ ਆਈ ਤਾਂ ਮੈਂ ਹੈਰਾਨ ਰਹਿ ਗਈ। ਇੱਕ ਦਿਨ ਮਾਲਕ ਨੇ ਮੈਨੂੰ ਕਿਹਾ ਕਿ ਛੁੱਟੀ ਹੋਣ ਤੋਂ ਬਾਅਦ ਤੂੰ ਆਫਿਸ ਵਿੱਚ ਹੀ ਰਹੀਂ, ਮੈਂ ਇੱਕ ਜ਼ਰੂਰੀ ਗੱਲ ਕਰਨੀ ਹੈ। ਇਹ ਸੁਣ ਕੇ ਮੈਨੂੰ ਹੈਰਾਨੀ ਹੋਈ ਸੀ ਕਿ ਜਦ ਛੁੱਟੀ ਹੋਣ ਤੋਂ ਬਾਅਦ ਸਾਰੇ ਚਲੇ ਜਾਂਦੇ ਹਨ ਤਾਂ ਮੈਂ ਕਿਉਂ ਰੁਕਾਂ, ਉਹ ਵੀ ਇਕੱਲੀ, ਕਿਉਂਕਿ ਹੁਕਮ ਸਿਰਫ ਮੇਰੇ ਲਈ ਸੀ। ਛੁੱਟੀ ਹੋਣ ਤੋਂ ਬਾਅਦ ਸਾਰੇ ਜਾ ਚੁੱਕੇ ਸੀ, ਪਰ ਮਾਲਕ ਆਪਣੇ ਆਫਿਸ ਦੇ ਕੈਬਿਨ ਵਿੱਚ ਆਰਾਮ ਨਾਲ ਬੈਠੇ ਸਨ। ਮੈਂ ਥੋੜ੍ਹਾ ਜਿਹਾ ਦਰਵਾਜ਼ੇ ਨੂੰ ਖੋਲ੍ਹਿਆ ਤਾਂ ਕਿ ਉਹਨਾਂ ਨੂੰ ਪੁੱਛ ਸਕਾਂ ਕਿ ਜੋ ਕੰਮ ਹੈ ਮੈਨੂੰ ਦੱਸ ਦਿਓ, ਨਹੀਂ ਤਾਂ ਮੈਨੂੰ ਵੀ ਛੁੱਟੀ ਦੇ ਦਿਓ। ਮੇਰੀ ਦਸਤਕ 'ਤੇ ਮਾਲਕ ਨੇ ਮੈਨੂੰ ਅੰਦਰ ਆਉਣ ਦੀ ਇਜਾਜ਼ਤ ਦੇ ਦਿੱਤੀ, ਪਰ ਮੈਂ ਅੰਦਰ ਨਹੀਂ ਗਈ। ਦਰਵਾਜ਼ਾ ਖੋਲ੍ਹਿਆ ਤੇ ਦਰਵਾਜ਼ੇ ਦੀ ਦਹਿਲੀਜ਼ 'ਤੇ ਖੜੀ ਹੋ ਗਈ। ਮੈਂ ਕਿਹਾ, ਸਰ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਕੀ ਗੱਲ ਕਰਨੀ ਹੈ? ਤਾਂ ਉਹ ਕਹਿਣ ਲੱਗੇ ਕਿ ਇਸ ਤਰ੍ਹਾਂ ਤਾਂ ਗੱਲ ਨਹੀਂ ਹੋਣੀ, ਤੂੰ ਅੰਦਰ ਆ ਕੇ ਬੈਠ ਜਾ, ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ। ਮੈਂ ਆਪਣੇ ਗੁੱਟ 'ਤੇ ਆਪਣੀ ਘੜੀ ਵੱਲ ਦੇਖਿਆ ਤੇ ਫਿਰ ਗਹਿਰਾ ਸਾਹ ਲੈਂਦੇ ਹੋਏ ਕੁਰਸੀ 'ਤੇ ਬੈਠ ਗਈ।
ਪਰ ਹੈਰਾਨੀ ਮੈਨੂੰ ਇਸ ਗੱਲ ਦੀ ਹੋਈ ਕਿ ਜਦ ਮਾਲਕ ਨੇ ਮੈਨੂੰ ਕੋਈ ਗੱਲ ਨਹੀਂ ਕਹੀ, ਸਗੋਂ ਉਹ ਮੈਨੂੰ ਗੌਰ ਨਾਲ ਦੇਖ ਰਹੇ ਸਨ ਤੇ ਨਾਲ-ਨਾਲ ਮੁਸਕਰਾ ਵੀ ਰਹੇ ਸਨ। ਮਾਲਕ ਦੀਆਂ ਨਜ਼ਰਾਂ ਨਾਲ ਮੈਂ ਕੁਝ ਅਜੀਬ ਜਿਹੀ ਸੋਚ ਦਾ ਸ਼ਿਕਾਰ ਹੋਣ ਲੱਗੀ ਸੀ। ਉਸ ਤੋਂ ਬਾਅਦ ਮਾਲਕ ਨੇ ਜੋ ਕੁਝ ਵੀ ਕਿਹਾ ਮੈਂ ਤਾਂ ਹੈਰਾਨ ਰਹਿ ਗਈ। ਉਹ ਕਹਿਣ ਲੱਗੇ ਕਿ ਤੂੰ ਸੱਚਮੁੱਚ ਹੀ ਬਹੁਤ ਜ਼ਿਆਦਾ ਖੂਬਸੂਰਤ ਆਂ, ਤੈਨੂੰ ਦੇਖ ਕੇ ਤਾਂ ਮੈਂ ਖੁਸ਼ ਹੋ ਜਾਂਦਾ ਹਾਂ। ਉਹਨਾਂ ਦੀ ਇਸ ਗੱਲ 'ਤੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਇਆ। ਮੈਂ ਗੁੱਸੇ ਨਾਲ ਉਹਨਾਂ ਵੱਲ ਦੇਖਿਆ ਤਾਂ ਉਹ ਸ਼ਰਮਿੰਦਾ ਹੋਣ ਦੀ ਬਜਾਏ ਮੁਸਕਰਾ ਰਹੇ ਸਨ। ਮੈਂ ਕਿਹਾ, ਤੁਹਾਨੂੰ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ? ਮੈਂ ਕਿਹਾ ਕਿ ਮੈਂ ਤੁਹਾਡੀ ਨੌਕਰੀ ਨਹੀਂ ਕਰਨੀ। ਵੈਸੇ ਵੀ ਮੈਂ ਇੱਥੇ ਇੰਨੀ ਦੇਰ ਨਾਲ ਫਜ਼ੂਲ ਦੀਆਂ ਗੱਲਾਂ ਸੁਣਨ ਨਹੀਂ ਬੈਠੀ। ਮੇਰੇ ਪਤੀ ਘਰ ਪਹੁੰਚ ਗਏ ਹੋਣਗੇ ਤੇ ਉਹ ਮੇਰਾ ਇੰਤਜ਼ਾਰ ਕਰ ਰਹੇ ਹੋਣਗੇ। ਮੇਰੀ ਇਹ ਗੱਲ ਸੁਣ ਕੇ ਮਾਲਕ ਹੈਰਾਨ ਹੋ ਗਏ ਤੇ ਮੈਨੂੰ ਪੁੱਛਣ ਲੱਗੇ ਕਿ ਕੀ ਤੂੰ ਵਿਆਹੀ ਹੋਈ ਆਂ? ਮੈਂ ਕਿਹਾ, ਜੀ ਹਾਂ। ਮੈਂ ਦੇਖਿਆ ਕਿ ਇਹ ਗੱਲ ਸੁਣ ਕੇ ਮਾਲਕ ਦੇ ਚਿਹਰੇ 'ਤੇ ਅਜੀਬ ਜਿਹੀ ਚੁੱਪੀ ਛਾ ਗਈ ਸੀ। ਫਿਰ ਕੁਝ ਮਿੰਟ ਬਾਅਦ ਉਹ ਬੋਲੇ, ਜੇ ਤੇਰਾ ਪਤੀ ਹੈ ਤਾਂ ਉਹ ਨੌਕਰੀ ਕਰ ਰਿਹਾ ਹੈ, ਤੂੰ ਕਿਉਂ ਜੌਬ ਕਰ ਰਹੀ ਹੈ? ਮੈਂ ਕਿਹਾ ਕਿ ਮੇਰੇ ਪਤੀ ਦੀ ਤਨਖਾਹ ਬਹੁਤ ਘੱਟ ਹੈ, ਇਸ ਲਈ ਉਹਨਾਂ ਦੀ ਮਦਦ ਕਰਨ ਲਈ ਮੈਂ ਨੌਕਰੀ ਕਰ ਰਹੀ ਹਾਂ। ਅਸੀਂ ਦੋਨੋਂ ਕਮਾਉਂਦੇ ਹਾਂ ਤਾਂ ਹੀ ਸਾਡਾ ਘਰ ਚੱਲਦਾ ਹੈ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਾ ਕਿ ਠੀਕ ਹੈ, ਤੂੰ ਘਰ ਜਾ ਸਕਦੀ ਹੈ। ਜੇ ਤੈਨੂੰ ਮੇਰੀ ਕੋਈ ਗੱਲ ਬੁਰੀ ਲੱਗੀ ਤਾਂ ਮੈਂ ਇਸ ਦੀ ਮਾफ़ੀ ਮੰਗਦਾ ਹਾਂ, ਪਰ ਕੱਲ੍ਹ ਤੋਂ ਡਿਊਟੀ 'ਤੇ ਆ ਜਾਇਆ ਕਰੀਂ। ਉਹ ਕਾਫੀ ਉਦਾਸ ਲਹਿਜੇ ਨਾਲ ਗੱਲ ਕਰ ਰਹੇ ਸਨ। ਮੈਂ ਉੱਠ ਕੇ ਉਸਦੇ ਕੈਬਿਨ 'ਚੋਂ ਬਾਹਰ ਆ ਗਈ। ਮੈਂ ਵੀ ਨੌਕਰੀ ਕਰਦੀ ਸੀ ਤੇ ਮੇਰਾ ਪਤੀ ਵੀ ਨੌਕਰੀ ਕਰਦਾ ਸੀ। ਸਾਡੇ ਵਿਆਹ ਨੂੰ 2 ਸਾਲ ਹੋ ਗਏ ਸਨ, ਪਰ ਸਾਡੇ ਅਜੇ ਕੋਈ ਔਲਾਦ ਨਹੀਂ ਸੀ ਤੇ ਅਸੀਂ ਅਜੇ ਪੈਦਾ ਵੀ ਨਹੀਂ ਕਰਨਾ ਚਾਹੁੰਦੇ ਸਨ, ਕਿਉਂਕਿ ਸਾਡੇ ਹਾਲਾਤ ਇਸ ਦੀ ਇਜਾਜ਼ਤ ਨਹੀਂ ਦੇ ਰਹੇ ਸਨ। ਅਸੀਂ ਚਾਹੁੰਦੇ ਸੀ ਕਿ ਅਸੀਂ ਦੋਨੇ ਮਿਹਨਤ ਕਰਕੇ ਆਪਣਾ ਖੁਦ ਦਾ ਘਰ ਖਰੀਦ ਲਈਏ ਤੇ ਆਪਣੀ ਗਰੀਬੀ ਦੂਰ ਕਰ ਲਈਏ। ਫਿਰ ਅਸੀਂ ਬੱਚੇ ਦੇ ਬਾਰੇ ਸੋਚਾਂਗੇ। ਇਸ ਗੱਲ ਵਿੱਚ ਸਾਡੀ ਪਤੀ ਪਤਨੀ ਦੋਨਾਂ ਦੀ ਇੱਕ ਹੀ ਰਾਏ ਸੀ। ਕੁਝ ਦਿਨ ਤਾਂ ਮੇਰਾ ਮਾਲਕ ਖਾਮੋਸ਼ ਰਿਹਾ, ਪਰ ਕੁਝ ਦਿਨਾਂ ਬਾਅਦ ਉਸਨੇ ਮੈਨੂੰ ਕਿਹਾ ਕਿ ਉਹ ਮੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨਾ ਚਾਹੁੰਦਾ ਹੈ। ਮੈਂ ਕਿਹਾ ਕਿ ਤੁਸੀਂ ਕੀ ਗੱਲ ਕਰਨਾ ਚਾਹੁੰਦੇ ਹੋ? ਤਾਂ ਉਹ ਕਹਿਣ ਲੱਗੇ ਕਿ ਮੈਂ ਬਹੁਤ ਮਜਬੂਰ ਹਾਂ। ਜੇ ਤੂੰ ਮੇਰੀ ਮਜਬੂਰੀ ਨੂੰ ਦੂਰ ਕਰ ਦਵੇਂ ਤਾਂ ਮੈਂ ਤੇਰੀ ਪ੍ਰੋਬਲਮ ਵੀ ਸੋਲਵ ਕਰ ਸਕਦਾ ਹਾਂ। ਮੈਂ ਕਿਹਾ ਕਿ ਮੈਂ ਤੁਹਾਡੀ ਗੱਲ ਦਾ ਮਤਲਬ ਨਹੀਂ ਸਮਝੀ। ਫਿਰ ਜੋ ਉਸਨੇ ਮੈਨੂੰ ਕਹੀ ਉਹ ਸੁਣ ਕੇ ਮੇਰਾ ਦਿਮਾਗ ਘੁੰਮ ਗਿਆ। ਉਸਨੇ ਕਿਹਾ ਕਿ ਉਹ ਮੈਨੂੰ 1 ਕਰੋੜ ਦੀ ਰਕਮ ਦੇਣ ਨੂੰ ਤਿਆਰ ਹੈ, ਪਰ ਉਸ ਦੇ ਬਦਲੇ ਵਿੱਚ ਮੈਨੂੰ ਉਸਦੀ ਗੱਲ ਮੰਨਣੀ ਹੋਵੇਗੀ। ਉਹ ਗੱਲ ਕੋਈ ਮਾਮੂਲੀ ਗੱਲ ਨਹੀਂ ਸੀ ਜੋ ਕਿ ਮੈਂ ਮੰਨ ਜਾਂਦੀ। ਪਹਿਲਾਂ ਤਾਂ ਮੈਂ ਇਨਕਾਰ ਕਰ ਦਿੱਤਾ, ਪਰ ਉਸਨੇ ਮੈਨੂੰ ਕਿਹਾ ਕਿ ਮੈਂ ਸੋਚ ਕੇ ਜਵਾਬ ਦੇਵਾਂ। ਇਸ ਗੱਲ 'ਤੇ ਮੈਂ ਸੋਚ ਵਿੱਚ ਪੈ ਗਈ ਸੀ, ਕਿਉਂਕਿ ਇਹ ਰਕਮ ਬਹੁਤ ਵੱਡੀ ਸੀ ਤੇ ਮੇਰੀ ਜ਼ਰੂਰਤ ਅਤੇ ਮੇਰੀ ਸਮੱਸਿਆ ਦਾ ਹੱਲ ਵੀ ਸੀ। ਮੈਂ ਮਾਲਕ ਤੋਂ 2 ਦਿਨ ਦੀ ਮੋਹਲਤ ਮੰਗੀ। ਜਿਵੇਂ ਹੀ ਮੈਂ ਉੱਠ ਕੇ ਆਫਿਸ ਤੋਂ ਬਾਹਰ ਜਾਣ ਲੱਗੀ, ਉਸਨੇ ਮੈਨੂੰ ਕਿਹਾ ਕਿ ਉਹ 2 ਦਿਨ ਤੋਂ ਜ਼ਿਆਦਾ ਦਾ ਟਾਈਮ ਨਹੀਂ ਦੇ ਸਕਦਾ। ਮੈਂ ਉਸਨੂੰ 2 ਦਿਨ ਦੇ ਅੰਦਰ-ਅੰਦਰ ਜਵਾਬ ਦੇ ਦੇਵਾਂ। ਮਤਲਬ ਇਹ ਸੀ ਕਿ ਮੈਂ ਹੁਣ ਆਪਣੇ ਪਤੀ ਨਾਲ ਗੱਲ ਕਰਨੀ ਸੀ। ਹੁਣ ਤੱਕ ਅਸੀਂ ਦੋਨੋਂ ਪਤੀ ਪਤਨੀ ਇੱਕ ਦੂਜੇ ਦੇ ਸਾਥ ਦੇ ਰਹੇ ਸੀ ਤੇ ਇੱਕ ਦੂਜੇ ਨੂੰ ਸਮਝ ਕੇ ਆਪਣੇ ਹਾਲਾਤਾਂ ਨੂੰ ਬਿਹਤਰ ਬਣਾਉਣ ਲਈ ਦੋਨੇ ਹੀ ਦਿਲੋਂ ਜਾਨ ਤੋਂ ਮਿਹਨਤ ਕਰ ਰਹੇ ਸੀ। ਪਰ ਹੁਣ ਜਿਹੜੀ ਗੱਲ ਮੈਂ ਆਪਣੇ ਪਤੀ ਨਾਲ ਕਰਨੀ ਸੀ ਉਹ ਕੋਈ ਛੋਟੀ ਗੱਲ ਨਹੀਂ ਸੀ। ਮੈਨੂੰ ਪੱਕਾ ਯਕੀਨ ਸੀ ਕਿ ਉਹ ਇਸ ਗੱਲ ਤੋਂ ਇਨਕਾਰ ਕਰ ਦੇਣਗੇ। ਜੇ ਮੇਰਾ ਪਤੀ ਮੇਰੀ ਗੱਲ ਮੰਨ ਜਾਂਦਾ ਤਾਂ ਸਿਰਫ 1 ਸਾਲ ਦੀ ਹੀ ਗੱਲ ਸੀ। ਫਿਰ ਅਸੀਂ ਨੇ ਮਾਲਾਮਾਲ ਹੋ ਜਾਣਾ ਸੀ ਤੇ ਫਿਰ ਅਸੀਂ ਬੜੀ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਸੀ। ਪਰ ਉਹ ਗੱਲ ਕੋਈ ਆਮ ਗੱਲ ਨਹੀਂ ਸੀ ਕਿ ਮੈਂ ਆਪਣੇ ਪਤੀ ਨੂੰ ਬੇਝਿਜਕ ਹੋ ਕੇ ਕਹਿ ਦਿੰਦੀ। ਮੈਨੂੰ ਤਾਂ ਇਹ ਡਰ ਸੀ ਕਿ ਕਿਤੇ ਗੁੱਸੇ ਵਿੱਚ ਮੇਰੇ ਮੂੰਹ 'ਤੇ ਥੱਪੜ ਹੀ ਨਾ ਮਾਰ ਦੇਣ, ਕਿਉਂਕਿ ਗੱਲ ਉਸਦੀ ਇੱਜ਼ਤ 'ਤੇ ਆ ਲੱਗਣੀ ਸੀ ਤੇ ਕੋਈ ਵੀ ਮਰਦ ਆਪਣੀ ਇੱਜ਼ਤ 'ਤੇ ਅਜਿਹੀ ਗੱਲ ਬਰਦਾਸ਼ਤ ਨਹੀਂ ਕਰਦਾ। ਮੈਂ ਪੂਰੀ ਰਾਤ ਸੋਚਾਂ ਵਿੱਚ ਹੀ ਗੁਜ਼ਾਰੀ ਸੀ। ਮੈਂ ਇਹ ਸੋਚਦੀ ਰਹੀ ਕਿ ਆਪਣੇ ਪਤੀ ਨਾਲ ਇਹ ਗੱਲ ਕਿਵੇਂ ਕਰਾਂ। ਮੇਰੇ ਕੋਲ ਸਿਰਫ 2 ਹੀ ਦਿਨ ਸਨ। ਇਹਨਾਂ 2 ਦਿਨਾਂ ਵਿੱਚ ਮੈਂ ਆਪਣਾ ਫੈਸਲਾ ਲੈਣਾ ਸੀ। ਸਾਡੇ ਖਰਚ ਜ਼ਿਆਦਾ ਸੀ ਤੇ ਆਮਦਨ ਘੱਟ ਸੀ। ਅਸੀਂ ਦੋਨੇ ਕਮਾਉਂਦੇ ਸੀ ਤਾਂ ਜਾ ਕੇ ਸਾਡਾ ਗੁਜ਼ਾਰਾ ਹੋ ਜਾਂਦਾ ਸੀ। ਸਾਡੀ ਤਨਖਾਹ ਨਾਲ ਤਾਂ ਸਾਡਾ ਘਰ ਦਾ ਖਰਚ ਹੀ ਚੱਲਦਾ ਸੀ। ਅਸੀਂ ਕਦੇ ਆਪਣਾ ਘਰ ਨਹੀਂ ਬਣਾ ਸਕਦੇ ਸੀ। ਜਦਕਿ ਮੈਂ ਜੌਬ 'ਤੇ ਇਸ ਲਈ ਲੱਗੀ ਸੀ ਤਾਂ ਕਿ ਕੁਝ ਨਾ ਕੁਝ ਪੈਸੇ ਜਮ੍ਹਾਂ ਕਰਕੇ ਅਸੀਂ ਆਪਣਾ ਘਰ ਖਰੀਦ ਲਈਏ। ਹੁਣ ਦਿਮਾਗ ਬਸ ਇਹੀ ਸੋਚ ਰਿਹਾ ਸੀ ਕਿ ਮੈਂ ਅਜਿਹਾ ਕੀ ਕਰਾਂ ਕਿ ਮੇਰਾ ਪਤੀ ਮੇਰੀ ਗੱਲ ਮੰਨ ਜਾਵੇ। ਰਾਤ ਨੂੰ ਮੈਂ ਆਪਣੇ ਪਤੀ ਦੀ ਪਸੰਦ ਦਾ ਖਾਣਾ ਬਣਾਇਆ। ਉਸ ਨੂੰ ਦੇਖ ਕੇ ਤਾਂ ਉਸ ਦੇ ਚਿਹਰੇ 'ਤੇ ਖੁਸ਼ੀ ਆ ਗਈ। ਫਿਰ ਉਹ ਕਹਿਣ ਲੱਗੇ ਕਿ ਇਹ ਚੀਜ਼ ਨਾ ਬਣਾਇਆ ਕਰ, ਇਹ ਕਿੰਨੀ ਮਹਿੰਗੀ ਹੈ। ਤੈਨੂੰ ਪਤਾ ਤਾਂ ਹੈ ਕਿ ਸਾਡੇ ਘਰ ਦੇ ਹਾਲਾਤ ਕਿਹੋ ਜਿਹੇ ਹਨ। ਇਹੀ ਪੈਸੇ ਸਾਡੇ 4 ਦਿਨ ਦਾ ਖਾਣਾ ਬਣਾਉਣ ਵਿੱਚ ਲੱਗਦੇ। ਤੂੰ ਤਾਂ 1 ਦਿਨ ਵਿੱਚ ਹੀ ਇੰਨਾ ਚੰਗਾ ਖਾਣਾ ਬਣਾ ਲਿਆ ਹੈ। ਮੈਂ ਕਿਹਾ ਕਿ ਸਾਰੀ ਜ਼ਿੰਦਗੀ
ਅਸੀਂ ਇਹੀ ਸੋਚਦੇ ਰਹਾਂਗੇ ਕਿ ਅਸੀਂ ਇੱਥੋਂ ਪੈਸੇ ਬਚਾ ਲਈਏ ਤਾਂ ਉੱਥੇ ਕੰਮ ਆ ਜਾਣਗੇ। ਕੀ ਇਸ ਤਰ੍ਹਾਂ ਨਹੀਂ ਹੋ ਸਕਦਾ ਹੈ ਕਿ ਅਸੀਂ ਬਿਨਾਂ ਸੋਚੇ ਸਮਝੇ ਪੈਸੇ ਖਰਚ ਕਰੀਏ, ਜਿਹੜੀ ਚੀਜ਼ ਮਰਜ਼ੀ ਖਰੀਦੀਏ, ਜਿਹੜੀ ਚੀਜ਼ ਮਰਜ਼ੀ ਖਾਈਏ? ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੇ ਕਿ ਹਾਲਾਤ ਤੇਰੇ ਸਾਹਮਣੇ ਹੀ ਹਨ, ਸਾਡੇ ਨਸੀਬ ਵਿੱਚ ਇਹ ਐਸ਼ ਨਹੀਂ ਹੈ। ਮੈਂ ਕਿਹਾ ਕਿ ਮੈਨੂੰ ਇੱਕ ਕੰਮ ਮਿਲਿਆ ਹੈ, ਜੇ ਤੁਸੀਂ ਮੇਰਾ ਸਾਥ ਦਿਓ ਤਾਂ 1 ਸਾਲ ਵਿੱਚ ਅਸੀਂ ਕਰੋੜਪਤੀ ਹੋ ਸਕਦੇ ਹਾਂ। ਮੇਰੀ ਗੱਲ ਸੁਣ ਕੇ ਉਹ ਖਾਣਾ ਖਾਣਾ ਹੀ ਭੁੱਲ ਗਏ ਤੇ ਕਹਿਣ ਲੱਗੇ ਕਿ ਕੀ ਕਿਹਾ ਤੂੰ? ਅਜਿਹਾ ਤੈਨੂੰ ਕਿਹੜਾ ਕੰਮ ਮਿਲ ਗਿਆ ਹੈ? ਮੈਂ ਡਰਦੇ ਹੋਏ ਹੌਲੀ ਜਿਹੀ ਸਾਰੀ ਗੱਲ ਦੱਸ ਦਿੱਤੀ। ਬੜੀ ਹੀ ਖਾਮੋਸ਼ੀ ਨਾਲ ਉਸਨੇ ਮੇਰੀ ਗੱਲ ਸੁਣੀ। ਥੋੜੀ ਦੇਰ ਕੁਝ ਨਹੀਂ ਬੋਲੇ, ਸੋਚਦੇ ਰਹੇ, ਮੇਰੇ ਵੱਲ ਦੇਖਦੇ ਰਹੇ। ਮੈਂ ਉਸ ਦੇ ਜਵਾਬ ਦਾ ਇੰਤਜ਼ਾਰ ਕਰ ਰਹੀ ਸੀ। ਕੁਝ ਦੇਰ ਬਾਅਦ ਉਹ ਕਹਿਣ ਲੱਗੇ, ਤੂੰ ਮੈਨੂੰ ਬਹੁਤ ਵੱਡੇ ਇਮਤਿਹਾਨ ਵਿੱਚ ਪਾ ਦਿੱਤਾ ਹੈ, ਪਰ ਜਿਹੜੀ ਰਕਮ ਤੇਰੇ ਮਾਲਕ ਨੇ ਕਹੀ ਹੈ ਉਹ ਰਕਮ ਇੰਨੀ ਵੱਡੀ ਹੈ ਕਿ ਮੈਂ ਸਮਝ ਹੀ ਨਹੀਂ ਪਾ ਰਿਹਾ ਕਿ ਤੈਨੂੰ ਕੀ ਜਵਾਬ ਦੇਵਾਂ। ਸ਼ਾਇਦ ਉਹ ਵੀ ਮੇਰੀ ਤਰ੍ਹਾਂ ਉਲਝਿਆ ਹੋਇਆ ਹੀ ਸੀ। ਉਸ ਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੀਏ ਤੇ ਕੀ ਨਾ ਕਰੀਏ। ਕੁਝ ਦੇਰ ਸੋਚ ਵਿਚਾਰ ਕਰਨ ਤੋਂ ਬਾਅਦ ਉਸਨੇ ਕਿਹਾ ਕਿ ਠੀਕ ਹੈ, ਤੂੰ ਮਾਲਕ ਦੀ ਗੱਲ ਮੰਨ ਲੈ। ਅਸਲ ਵਿੱਚ ਮਾਲਕ ਨੇ ਇਹ ਕਿਹਾ ਸੀ ਕਿ ਉਹ ਬੇਔਲਾਦ ਹਨ ਤੇ ਉਹਨਾਂ ਦੀ ਘਰਵਾਲੀ ਬਾਂਝ ਹੈ। ਉਸ ਨੂੰ ਔਲਾਦ ਨਹੀਂ ਹੋ ਰਹੀ ਤੇ ਉਹ ਆਪਣੀ ਘਰਵਾਲੀ ਨੂੰ ਛੱਡ ਵੀ ਨਹੀਂ ਸਕਦਾ, ਕਿਉਂਕਿ ਸਾਰਾ ਕਾਰੋਬਾਰ ਅਤੇ ਦੌਲਤ ਉਸ ਦੀ ਘਰਵਾਲੀ ਦੇ ਨਾਮ 'ਤੇ ਹੈ। ਉਹ ਕਹਿਣ ਲੱਗੇ ਕਿ ਉਹਨਾਂ ਨੂੰ ਖੂਬਸੂਰਤ ਬੱਚਾ ਚਾਹੀਦਾ ਹੈ। ਮੈਂ ਖੂਬਸੂਰਤ ਸੀ, ਇਸ ਲਈ ਮੈਨੂੰ ਦੇਖ ਕੇ ਉਹਨਾਂ ਨੂੰ ਇਹ ਖਿਆਲ ਆਇਆ ਸੀ। ਇਸ ਲਈ ਮੈਂ ਤੇਰੇ 'ਤੇ ਇੰਨੀਆਂ ਮਿਹਰਬਾਨੀਆਂ ਕਰ ਰਿਹਾ ਸੀ। ਜੇ ਤੇਰਾ ਵਿਆਹ ਨਾ ਹੋਇਆ ਹੁੰਦਾ ਤਾਂ ਬੱਚਾ ਹੋਣ ਤੋਂ ਬਾਅਦ ਵੀ ਮੈਂ ਤੈਨੂੰ ਤਲਾਕ ਨਾ ਦਿੰਦਾ ਤੇ ਤੂੰ ਸਾਡੇ ਘਰ ਹੀ ਰਹਿ ਸਕਦੀ ਸੀ। ਪਰ ਮੈਨੂੰ ਸਿਰਫ ਬੱਚੇ ਦੇ ਲਈ ਵਿਆਹ ਕਰਵਾਉਣਾ ਹੈ। ਹੁਣ ਤੂੰ ਵਿਆਹੀ ਹੋਈ ਐ ਤਾਂ ਮੈਨੂੰ ਇਸ ਗੱਲ ਦੀ ਫਿਕਰ ਨਹੀਂ। ਜੇ ਤੇਰਾ ਪਤੀ ਮੰਨ ਗਿਆ ਤਾਂ ਉਹ ਤੈਨੂੰ ਤਲਾਕ ਦੇ ਦੇਵੇ ਤੇ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗਾ। ਜਿਵੇਂ ਹੀ ਤੇਰੇ ਔਲਾਦ ਹੋਵੇਗੀ ਤਾਂ ਮੈਂ ਤੈਨੂੰ ਤਲਾਕ ਦੇ ਦੇਵਾਂਗਾ ਤੇ ਤੇਰਾ ਪਤੀ ਤੇਰੇ ਨਾਲ ਦੁਬਾਰਾ ਵਿਆਹ ਕਰਵਾ ਲਵੇਗਾ। ਇਹ ਕੰਮ ਲਈ ਮੈਂ ਤੈਨੂੰ 1 ਕਰੋੜ ਰੁਪਇਆ ਦੇਵਾਂਗਾ ਤੇ 1 ਕਰੋੜ ਬਹੁਤ ਵੱਡੀ ਰਕਮ ਹੁੰਦੀ ਹੈ, ਜਿਸ ਨਾਲ ਤੁਹਾਡੇ ਦੋਨੇ ਪਤੀ ਪਤਨੀ ਦੇ ਹਾਲਾਤ ਠੀਕ ਹੋ ਜਾਣਗੇ। ਇਹ ਉਹ ਗੱਲ ਸੀ ਜਿਹੜੀ ਮੇਰੇ ਮਾਲਕ ਨੇ ਮੈਨੂੰ ਕਹੀ ਸੀ। ਮੇਰੇ ਪਤੀ ਨੂੰ ਵੀ ਕੋਈ ਇਤਰਾਜ਼ ਨਹੀਂ ਸੀ, ਇਸ ਲਈ ਮੈਂ ਵੀ ਅਗਲੇ ਹੀ ਦਿਨ ਮਾਲਕ ਨੂੰ ਜਾ ਕੇ ਆਪਣੇ ਪਤੀ ਦੀ ਰਜ਼ਾਮੰਦੀ ਦੇ ਬਾਰੇ ਦੱਸ ਦਿੱਤਾ ਸੀ। ਫਿਰ ਮੇਰੇ ਪਤੀ ਨੇ ਮੈਨੂੰ ਤਲਾਕ ਦੇ ਦਿੱਤਾ ਤੇ ਮਾਲਕ ਨੇ ਮੇਰੇ ਨਾਲ ਵਿਆਹ ਕਰਵਾ ਲਿਆ। ਫਿਰ ਵਿਆਹ ਕਰਵਾ ਕੇ ਮੈਨੂੰ ਮਾਲਕ ਆਪਣੇ ਘਰ ਲੈ ਗਏ ਸੀ। ਉਹਨਾਂ ਦੀ ਪਤਨੀ ਬਹੁਤ ਹੀ ਖੂਬਸੂਰਤ ਸੀ, ਪਰ ਮੈਨੂੰ ਦੇਖ ਕੇ ਆਪਣੇ ਚਿਹਰੇ ਦਾ ਰੰਗ ਗੁੱਸੇ ਨਾਲ ਬਦਲਾ ਲੈਂਦੀ ਸੀ। ਉਹ ਮੈਨੂੰ ਮਜਬੂਰਨ ਬਰਦਾਸ਼ਤ ਕਰ ਰਹੀ ਸੀ ਤੇ ਮੈਨੂੰ ਵੀ ਮਾਲਕ ਨਾਲ ਪਿਆਰ ਨਹੀਂ ਸੀ। ਮੇਰਾ ਮਕਸਦ ਵੀ ਪੈਸੇ ਨੂੰ ਵਸੂਲ ਕਰਨਾ ਸੀ। ਅਜੇ ਮਾਲਕ ਨਾਲ ਮੇਰਾ ਵਿਆਹ ਹੋਏ ਨੂੰ 2 ਮਹੀਨੇ ਹੀ ਹੋਏ ਸਨ ਕਿ ਮੈਂ ਪ੍ਰੈਗਨੈਂਟ ਹੋ ਗਈ। ਮੈਨੂੰ ਤਾਂ ਇਸ ਗੱਲ ਦੀ ਕੋਈ ਖੁਸ਼ੀ ਨਹੀਂ ਸੀ, ਕਿਉਂਕਿ ਮਾਲਕ ਮੇਰੀ ਮਜਬੂਰੀ ਸੀ, ਪਿਆਰ ਨਹੀਂ ਸੀ। ਮੈਨੂੰ ਅਜੇ ਵੀ ਆਪਣੇ ਪਤੀ ਨਾਲ ਹੀ ਪਿਆਰ ਸੀ, ਪਰ ਮਾਲਕ ਬਹੁਤ ਜ਼ਿਆਦਾ ਖੁਸ਼ ਸੀ। ਉਹ ਮੇਰਾ ਖਿਆਲ ਰੱਖਣ ਲੱਗਿਆ ਸੀ ਤੇ ਮਾਲਕ ਦੀ ਪਤਨੀ ਵੀ ਬਹੁਤ ਜ਼ਿਆਦਾ ਖੁਸ਼ ਸੀ। ਉਹ ਵੀ ਹੁਣ ਮੇਰੇ ਖਾਣ ਪੀਣ ਦਾ ਖਿਆਲ ਰੱਖਣ ਲੱਗੀ ਸੀ। ਉਹ ਖੁਦ ਮੈਨੂੰ ਕਦੇ ਜੂਸ ਪਿਲਾਉਂਦੀ, ਕਦੇ ਦੁੱਧ ਪਿਲਾਉਂਦੀ। ਮੇਰੀਆਂ ਦਵਾਈਆਂ ਵੀ ਮੈਨੂੰ ਵਕਤ 'ਤੇ ਦੇ ਦਿੰਦੀ ਸੀ। ਮੈਂ ਗਿਣ-ਗਿਣ ਕੇ ਦਿਨ ਗੁਜ਼ਾਰ ਰਹੀ ਸੀ ਤਾਂ ਕਿ ਜਲਦ ਤੋਂ ਜਲਦ ਬੱਚਾ ਹੋਵੇ ਤੇ ਮੇਰੀ ਜਾਨ ਛੁੱਟੇ। ਮੈਨੂੰ ਪੈਸੇ ਮਿਲਣ ਤੇ ਮੈਂ ਆਪਣੇ ਪਤੀ ਨਾਲ ਆਪਣੀ ਜ਼ਿੰਦਗੀ ਐਸ਼ ਦੀ ਗੁਜ਼ਾਰਾਂ। ਜਦ ਵੀ ਮੈਂ ਆਪਣੇ ਪਤੀ ਨੂੰ ਫ਼ੋਨ ਕਰਦੀ ਤਾਂ ਉਹ ਬਹੁਤ ਹੀ ਉਦਾਸ ਜਿਹੇ ਹੁੰਦੇ ਸਨ। ਮੇਰਾ ਪਤੀ ਮੈਨੂੰ ਕਹਿੰਦਾ ਕਿ ਮੈਂ ਇਹ ਸਭ ਤੈਨੂੰ ਕਹਿ ਤਾਂ ਦਿੱਤਾ, ਪਰ ਮੇਰੇ ਤੋਂ ਸਹਿਆ ਨਹੀਂ ਜਾ ਰਿਹਾ ਹੈ। ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਇਹ ਕੋਈ ਛੋਟੀ ਗੱਲ ਨਹੀਂ ਹੈ। ਮੈਂ ਉਸ ਨੂੰ ਕਹਿੰਦੀ ਕਿ ਹੁਣ ਤਾਂ ਬਹੁਤ ਘੱਟ ਸਮਾਂ ਰਹਿ ਗਿਆ ਹੈ, ਤੁਸੀਂ ਕਿਉਂ ਦਿਲ ਛੋਟਾ ਕਰ ਰਹੇ ਹੋ? ਬਸ ਕੁਝ ਮਹੀਨਿਆਂ ਦੀ ਗੱਲ ਹੈ, ਜਦੋਂ ਬੱਚਾ ਹੋ ਜਾਵੇਗਾ ਮਾਲਕ ਮੈਨੂੰ ਤਲਾਕ ਦੇ ਦੇਣਗੇ ਤੇ ਮੈਂ ਦੁਬਾਰਾ ਤੁਹਾਡੇ ਨਾਲ ਵਿਆਹ ਕਰਵਾ ਲਵਾਂਗੀ। ਫਿਰ ਸਾਡੀ ਜ਼ਿੰਦਗੀ ਵਿੱਚ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ। ਅਸੀਂ ਬਹੁਤ ਹੀ ਸੋਹਣਾ ਜਿਹਾ ਘਰ ਖਰੀਦਾਂਗੇ, ਜਿਸ ਵਿੱਚ ਹਰ ਐਸ਼ੋ ਆਰਾਮ ਦੀਆਂ ਸਹੂਲਤਾਂ ਹੋਣਗੀਆਂ। ਗੱਡੀ ਵਿੱਚ ਘੁੰਮਾਂਗੇ। ਮੇਰੀ ਗੱਲ ਸੁਣ ਕੇ ਉਹ ਫ਼ੋਨ ਬੰਦ ਕਰ ਦਿੰਦਾ ਸੀ। ਮੇਰੀਆਂ ਅੱਖਾਂ ਵਿੱਚ ਤਾਂ ਜਿਵੇਂ ਇਹ ਸਾਰੀਆਂ ਗੱਲਾਂ ਸੁਪਨੇ ਦੀ ਤਰ੍ਹਾਂ ਸਜਣ ਲੱਗੀਆਂ ਸਨ। ਜਿਵੇਂ-ਜਿਵੇਂ ਵਕਤ ਗੁਜ਼ਰ ਰਿਹਾ ਸੀ, ਮੈਂ ਇਹ ਸੋਚ ਰਹੀ ਸੀ ਕਿ ਕਰੋੜ ਰੁਪਇਆ ਮੈਂ ਕਿਵੇਂ ਖਰਚ ਕਰਨਾ ਹੈ। ਫਿਰ ਉਹ ਵਕਤ ਵੀ ਆ ਗਿਆ ਤੇ ਮੇਰਾ ਇੰਤਜ਼ਾਰ ਖਤਮ ਹੋਇਆ। ਮੈਂ ਇੱਕ ਬੇਟੇ ਨੂੰ ਜਨਮ ਦਿੱਤਾ ਸੀ ਤੇ ਬੇਟਾ ਹੁੰਦੇ ਹੀ ਮੈਂ ਆਪਣੇ ਮਾਲਕ ਨੂੰ ਸੌਂਪ ਦਿੱਤਾ ਸੀ ਤੇ ਆਪਣੇ ਪਤੀ ਦੇ ਕੋਲ ਚਲੀ ਗਈ। ਘਰ ਜਾਂਦੇ ਹੀ ਦਰਵਾਜ਼ਾ ਖੜਕਾ ਕੇ ਮੇਰੇ ਹੱਥ ਥੱਕ ਗਏ ਸਨ, ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਫਿਰ ਮੈਂ ਆਸ-ਪਾਸ ਦੇ ਲੋਕਾਂ ਨੂੰ ਕਿਹਾ ਕਿ ਦਰਵਾਜ਼ਾ ਤੋੜ ਦਿਓ। ਮੈਨੂੰ ਪਤਾ ਸੀ ਕਿ ਇਸ ਵਕਤ ਮੇਰਾ ਪਤੀ ਘਰ ਪਰ ਹੀ ਹੁੰਦਾ ਹੈ, ਉਹ ਕਿਤੇ ਨਹੀਂ ਜਾਂਦਾ, ਤਾਂ ਫਿਰ ਉਹ ਦਰਵਾਜ਼ਾ ਕਿਉਂ ਨਹੀਂ ਖੋਲ੍ਹ ਰਿਹਾ ਸੀ? ਮੇਰਾ ਦਿਲ ਬਹੁਤ ਘਬਰਾ ਰਿਹਾ ਸੀ।
ਜਦ ਪੜੋਸੀਆਂ ਨੇ ਦਰਵਾਜ਼ਾ ਤੋੜਿਆ ਤਾਂ ਮੈਂ ਅੰਦਰ ਦੇਖਿਆ ਤਾਂ ਮੇਰਾ ਪਤੀ ਜ਼ਮੀਨ 'ਤੇ ਡਿੱਗਿਆ ਪਿਆ ਸੀ। ਮੈਂ ਜ਼ੋਰ-ਜ਼ੋਰ ਦੀ ਚਿਲਾਉਣ ਲੱਗੀ ਪਰ ਬਹੁਤ ਦੇਰ ਹੋ ਚੁੱਕੀ ਸੀ। ਉਹ ਮੇਰਾ ਦੁੱਖ ਬਰਦਾਸ਼ਤ ਨਹੀਂ ਕਰ ਸਕੇ ਸੀ। ਉਹ ਇਸ ਦੁਨੀਆ ਤੋਂ ਚਲੇ ਗਏ ਸੀ। ਮੈਂ ਰੋਂਦੇ-ਰੋਂਦੇ 4-5 ਦਿਨ ਲੰਘਾ ਦਿੱਤੇ ਸਨ। ਮੇਰੇ ਕੋਲ ਕੋਈ ਰਾਸਤਾ ਨਹੀਂ ਬਚਿਆ ਸੀ ਸਿਵਾਏ ਇਸ ਦੇ ਕਿ ਮੈਂ ਮਾਲਕ ਕੋਲ ਵਾਪਸ ਚਲੀ ਜਾਂਦੀ। ਉਸ ਨੂੰ ਕਹਿੰਦੀ ਕਿ ਉਹ ਮੈਨੂੰ ਸਹਾਰਾ ਦੇਣ, ਕਿਉਂਕਿ ਮੈਂ ਉਹਨਾਂ ਦੇ ਬੱਚੇ ਦੀ ਮਾਂ ਹਾਂ। ਪਰ ਜਿਵੇਂ ਹੀ ਮੈਂ ਮਾਲਕ ਦੇ ਘਰ ਪਹੁੰਚੀ, ਮਾਲਕ ਬਹੁਤ ਖੁਸ਼ ਸੀ। ਆਪਣੀ ਪਤਨੀ ਦੇ ਨਾਲ ਬੱਚੇ ਨੂੰ ਗੋਦ ਵਿੱਚ ਲਈ ਉਹਨਾਂ ਨੂੰ ਪਿਆਰ ਕਰ ਰਿਹਾ ਸੀ। ਮੈਨੂੰ ਦੇਖ ਕੇ ਉਹ ਮੁਸਕਰਾ ਰਿਹਾ ਸੀ ਤੇ ਕਹਿਣ ਲੱਗਿਆ ਕਿ ਤੈਨੂੰ ਬਹੁਤ ਜਲਦੀ ਸੀ ਆਪਣੇ ਪਤੀ ਨੂੰ ਮਿਲਣ ਦੀ। ਆਪਣਾ ਕਰੋੜ ਰੁਪਏ ਦਾ ਚੈੱਕ ਤਾਂ ਲੈ ਜਾਂਦੀ ਜਿਸ ਦੇ ਲਈ ਤੂੰ ਇਹ ਸਭ ਕੀਤਾ ਸੀ। ਉਸ ਨੇ ਚੈੱਕ ਕੱਢ ਕੇ ਮੇਰੇ ਹੱਥ 'ਤੇ ਧਰ ਦਿੱਤਾ ਤੇ ਨਾਲ ਹੀ ਇੱਕ ਪੇਪਰ ਵੀ ਫੜਾ ਦਿੱਤਾ ਤੇ ਕਹਿਣ ਲੱਗਿਆ ਕਿ ਇਹ ਤੇਰੀ ਆਜ਼ਾਦੀ ਦਾ ਫਰਮਾਨ ਹੈ। ਮੈਂ ਤੈਨੂੰ ਤਲਾਕ ਦੇ ਦਿੱਤਾ ਹੈ, ਤੂੰ ਜਾ ਸਕਦੀ ਐਂ। ਇਹ ਸੁਣ ਕੇ ਮੇਰਾ ਸਿਰ ਚਕਰਾਉਣ ਲੱਗਿਆ। ਪੈਸੇ ਤਾਂ ਆ ਗਏ ਸਨ ਪਰ ਮੈਂ ਹੁਣ ਬੇਸਹਾਰਾ ਹੋ ਗਈ ਸੀ, ਇਕੱਲੀ ਰਹਿ ਗਈ ਸੀ ਜਿਸ ਦੇ ਖਾਤਰ ਮੈਂ ਇੰਨਾ ਵੱਡਾ ਕਦਮ ਚੁੱਕਿਆ ਸੀ। ਨਾ ਤਾਂ ਉਹ ਪਤੀ ਹੀ ਰਿਹਾ ਤੇ ਨਾ ਹੀ ਮੈਂ ਮਾਲਕ ਨਾਲ ਵਿਆਹੀ ਰਹੀ ਸੀ। ਇਸ ਲਾਲਚ ਨੇ ਮੇਰੇ ਤੋਂ ਮੇਰਾ ਜੀਵਨ ਸਾਥੀ ਖੋਹ ਲਿਆ ਸੀ। ਇਸ ਲਈ ਕਹਿੰਦੇ ਹਨ ਕਿ ਇਨਸਾਨ ਨੂੰ ਲਾਲਚ ਵਿੱਚ ਕੋਈ ਵੀ ਕਦਮ ਨਹੀਂ ਚੁੱਕਣਾ ਚਾਹੀਦਾ। ਦੋਸਤੋ, ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ? ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।